अस्सलाम वालेकुम जी। एक नई वीडियो ਦੇ ਨਾਲ ਸਭ ਦਾ ਵਾਰਮ ਵੈਲਕਮ ਸਾਡੇ ਚੈਨਲ ਤੇ ਹੈ। ਅੱਜ ਦਾ ਜਿਹੜਾ ਬੇਸਿਕ ਟੌਪਿਕ ਸੀ ਉਹ ਆਈ ਸੀ ਕਿ ਮੈਂ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਬਣਾਈ ਸੀ ਸਪੇਨ ਦੇ ਵਿੱਚ ਯੂਰਪ ਦੇ ਵਿੱਚ ਡਿਲੀਵਰੀਜ਼ ਦੇ ਕੀ ਚਾਂਸਸ ਨੇ। ਜਿਹੜੇ ਲੋਕ ਹੋਮ ਡਿਲੀਵਰੀ ਕਰਦੇ ਨੇ ਮੁxtਲਿਫ ਕੰਪਨੀਆਂ ਦੇ ਨਾਲ ਹੈ, ਉਹ ਕਿੰਨਾ ਕੁ ਪ੍ਰੋਫਿਟ ਕਮਾਉਂਦੇ ਨੇ, ਕੀ ਹਿਸਾਬ ਹੈ। ਇੱਕ ਤਾਂ ਸੀ ਬਰਾਈਟ ਸਾਈਡ, ਯਾਨੀ ਕਿ ਜਿਹੜੀ ਚੰਗੀ ਲੱਗਦੀ ਹੈ, ਜਿਹੜਾ ਸਾਨੂੰ ਵੇਖਣ ਦਾ ਸਾਡਾ ਦਿਲ ਕਰਦਾ ਹੈ ਨਾ। ਇਸ ਤੋਂ ਇਲਾਵਾ ਹੁਣ ਮੈਂ ਕਈ ਪੁਆਇੰਟਸ ਕੱਢੇ ਕਿ ਅਗਰ ਕਿਸੇ ਚੀਜ਼ ਦੀ ਇੱਕ ਅੱਛੀ ਚੀਜ਼ ਹੁੰਦੀ ਹੈ, ਉਹਦੀ ਅੱਛੀ ਸਾਈਡ ਹੁੰਦੀ ਹੈ, ਅਤੇ ਉਹਦੀ ਇੱਕ ਡਾਰਕ ਸਾਈਡ ਵੀ ਹੁੰਦੀ ਹੈ, ਉਹਦੇ ਮਸਾਇਲ ਵੀ ਹੁੰਦੇ ਨੇ ਹੈ। ਅਤੇ ਅੱਜ ਮੈਂ ਕੁਝ ਪੁਆਇੰਟ ਇਕੱਠੇ ਕੀਤੇ ਨੇ ਹੈ ਕਿ ਜਿਹੜੇ ਵੀ ਲੋਕ ਹੋਮ ਡਿਲੀਵਰੀ ਦਾ ਕੰਮ ਕਰਦੇ ਨੇ, ਖਾਸ ਕਰਕੇ ਗਲੋਬੋ ਕੰਪਨੀ ਦੇ ਨਾਲ ਹੈ, ਕਿਉਂਕਿ ਸਪੇਨ 'ਚ ਮੈਜੋਰਟੀ ਇਹੀ ਚੱਲ ਰਹੀ ਹੈ, ਉਬਰ ਈਟ ਚੱਲ ਰਹੀ ਹੈ, ਬਾਕੀ ਇਤਨੀਆਂ ਨਹੀਂ, ਜ਼ਿਆਦਾਤਰ ਬੰਦੇ ਜਿਹੜੇ ਨੇ ਗਲੋਬੋ ਦੇ ਨਾਲ ਹੀ ਨੇ ਨਾ। ਅਤੇ ਉਹਨਾਂ ਦੇ ਕੀ ਮਸਾਇਲ ਪੈਦਾ ਹੁੰਦੇ ਨੇ ਹੈ, ਔਰ ਕੀ ਮਸਾਇਲ ਫੇਸ ਕਰ ਸਕਨੇ ਹਾਂ ਅਸੀਂ ਹੈ ਨਾਰਮਲੀ। ਅਤੇ ਗੌਰਮੈਂਟ ਜਿਹੜੀ ਹੈ ਨਾ, ਉਹ ਕੰਪਨੀਜ਼ ਨੂੰ ਪਾਬੰਦ ਕਰਦੀ ਹੈ ਕਿ ਤੁਸੀਂ ਬੰਦੇ ਦਾ ਕੰਟਰੈਕਟ ਕਰੋ ਹੈ ਨਾ। ਕੰਮ ਦਾ ਨਾ ਦੋ ਤਰੀਕਿਆਂ ਦਾ ਕੰਮ ਹੁੰਦਾ ਸੀ। ਇਸ ਤੋਂ ਵੀਡੀਓ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਸਮਝ ਆ ਜਾਏ ਸਾਰੀ ਗੱਲ ਦੀ ਹੈ, ਠੀਕ ਹੈ ਜੀ। ਜਾਂ ਆਟੋਨੋਮੋ ਦੇ ਕੰਮ ਕਰਨਗੇ, ਯਾਨੀ ਕਿ ਆਟੋਨੋਮੋ ਦਾ ਮਤਲਬ ਹੋਵੇਗਾ ਕਿ ਉਹ ਆਪਣੇ ਟੈਕਸ ਖੁਦ ਦੇਣਗੇ। ਉਹ ਐਜ਼ ਏ ਮਤਲਬ ਹੈ ਕਿ ਮੈਂ ਆਪਣਾ ਕੰਮ ਕਰ ਰਿਹਾ ਨਾ, ਇਸ ਤਰ੍ਹਾਂ ਹੁੰਦਾ ਹੈ। ਅਤੇ ਉਹ ਉਹਦਾ ਆਪਣਾ ਟੈਕਸ ਦੇਣਗੇ। ਔਰ ਇੱਕ ਹੁੰਦਾ ਕਿ ਮੈਂ ਕਿਸੇ ਕੋਲ ਕੰਮ ਕਰਨਾ ਨਾ, ਅਤੇ ਉਹ ਫਿਰ ਜਿਹੜੀ ਇਹ ਗਲੋਬੋ ਹੈ ਨਾ, ਉਹ ਕੰਮ ਦੇ ਕੰਟਰੈਕਟ ਨਹੀਂ ਕਰਦੀ। ਕੁਝ ਨਾ ਕੀਤੇ ਨੇ ਜਿਹੜੇ ਆਪਣੀ ਜ਼ਾਤੀ ਦੁਕਾਨਾਂ ਵਾਸਤੇ ਨਾ, ਅਤੇ ਮੈਜੋਰਟੀ ਜਿਹੜੀ 90% ਜਿਹੜੇ ਨੇ ਉਹ ਆਟੋਨੋਮੋ ਦੀ ਆਪਣੇ ਕੰਮ ਕਰਦੇ ਨੇ, ਆਪਣਾ ਹੀ ਟੈਕਸ ਦਿੰਦੇ ਨੇ ਹੈ। ਫਿਰ ਉਸ ਤੋਂ ਕੀ ਮਸਾਇਲ ਜਨਮ ਲੈਂਦੇ ਨੇ ਹੈ, ਕੀ ਹੁੰਦਾ, ਉਹ ਅਸੀਂ ਉਹਦੇ 'ਤੇ 1 ਬਾਈ 1 ਕਰਕੇ ਉਹਨੂੰ ਡਿਸਕਸ ਕਰਾਂਗੇ। ਪਹਿਲੀ ਚੀਜ਼ ਤਾਂ ਹੈ ਕਿ ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਕਾਫੀ ਅਰਸੇ ਤੋਂ ਸਟਾਰਟ ਸੀ ਹੈ, ਔਰ ਇਸ ਦੀ ਵਜ੍ਹਾ ਤੋਂ ਪਿੱਛੇ ਜੇ ਇੱਕ ਲੜਕਾ ਸੀ, ਇੱਕ ਮੁੰਡਾ ਸੀ ਹੈ, ਉਹਦੀ ਮੌਤ ਹੋ ਗਈ ਸੀ ਹੈ। ਅਤੇ ਉਸ ਤੋਂ ਬਾਅਦ ਉਹ ਵੀ ਹੋਮ ਡਿਲੀਵਰੀ ਕਰ ਰਿਹਾ ਸੀ ਹੈ, ਔਰ ਉਸ ਤੋਂ ਬਾਅਦ ਇਹ ਡਿਮਾਂਡਸ ਬਹੁਤ ਉੱਠੀਆਂ ਸੀ ਹੈ ਗਲੋਬੋ ਉੱਤੇ ਕਿ ਸਾਡਾ ਕੰਮ ਦਾ ਕੰਟਰੈਕਟ ਕੀਤਾ ਜਾਏ ਹੈ। ਔਰ ਇਹਦੇ ਵਾਸਤੇ ਜਿਹੜਾ ਕਮ ਅਜ਼ ਕਮ ਜਿਹੜਾ ਕਿ ਸਾਨੂੰ ਕੋਈ ਨਾ ਕੋਈ ਸਿਕਿਉਰਿਟੀ ਮਿਲੇ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਕੋਲ ਕੰਮ ਕਰਦੇ ਹੋ ਨਾ, ਅਤੇ ਯੂਰਪ 'ਚ ਇਹ ਹੀ ਹੁੰਦਾ ਅਮੂਮਨ, ਕਿ ਸਪੇਨ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਜਦੋਂ ਤੁਸੀਂ ਕਿਸੇ ਕੋਲ ਕੰਮ ਕਰੋਗੇ ਅਤੇ ਜਦੋਂ ਤੁਸੀਂ ਕੰਮ ਛੱਡੋਗੇ ਤਾਂ ਤੁਸੀਂ ਸੋਸ਼ਲ ਬੈਨੀਫਿਟਸ 'ਚ ਚਲੇ ਜਾਓਗੇ ਹੈ ਨਾ। ਸਪੇਨ 'ਚ ਇਹ ਹੁੰਦਾ ਕਿ ਤੁਸੀਂ ਸਾਲ ਕੰਮ ਕੀਤਾ ਤਾਂ ਤੁਹਾਨੂੰ 4 ਮਹੀਨੇ ਬੈਨੀਫਿਟਸ ਮਿਲ ਜਾਂਦੇ ਨੇ ਨਾ। ਉਸ ਤੋਂ ਬਾਅਦ ਨਹੀਂ ਹੈ ਤਾਂ ਫਿਰ ਦੂਸਰੇ ਬੈਨੀਫਿਟਸ ਚਲੇ ਜਾਓ, ਉਹ ਵੀ 6 ਮਹੀਨੇ ਤੱਕ ਮਿਲ ਜਾਂਦੇ ਨੇ ਹੈ। ਲੇਕਿਨ ਅਗਰ ਤੁਸੀਂ ਆਟੋਨੋਮੋ ਦੇ ਕੰਮ ਕਰਦੇ ਤਾਂ ਫਿਰ ਟਫ ਹੋ ਜਾਂਦਾ ਨਾ, ਫਿਰ ਉਹ ਸਿਸਟਮ ਥੋੜ੍ਹਾ ਟਫ ਹੋ ਜਾਂਦਾ, ਫਿਰ ਉਸ ਹਿਸਾਬ ਦੇ ਬੈਨੀਫਿਟਸ ਉਸ ਲਿਹਾਜ਼ ਨਾਲ ਨਹੀਂ ਮਿਲਦੇ ਹਨ ਨਾ। ਅਤੇ ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਗਲੋਬੋ 'ਤੇ, ਔਰ ਵਰਕਰਾਂ ਨੇ ਵੀ ਹੜਤਾਲਾਂ ਕਰਕੇ ਆਪਣੀ ਕੁਝ ਗੱਲਾਂ ਮਨਵਾਈਆਂ ਸੀ, ਲੇਕਿਨ ਅਜੇ ਤੱਕ ਇਸ ਚੀਜ਼ ਦਾ ਕੋਈ ਨਤੀਜਾ ਨਹੀਂ ਨਿਕਲਿਆ ਨਾ। ਹੁਣ ਵੀ ਬਾਰ ਹੜਤਾਲਾਂ ਇਸੇ ਗੱਲ 'ਤੇ ਹੋ ਰਹੀਆਂ ਨੇ ਕਿ ਕਿਉਂਕਿ ਬਹੁਤ ਜ਼ਿਆਦਾ ਮਿਸਯੂਜ਼ ਕਰਦੇ ਨੇ ਹੈ, ਕਿ ਇਤਨੀ ਦੂਰ ਦਾ ਆਰਡਰ ਦੇ ਦਿੰਦੇ ਨੇ, 3 ਯੂਰੋ 4 ਯੂਰੋ ਦਿੰਦੇ ਨੇ ਹੈ। ਔਰ ਕਿਉਂਕਿ ਬੰਦੇ ਬਹੁਤ ਜ਼ਿਆਦਾ ਹੋ ਗਏ ਨੇ ਹੈ, ਔਰ ਜਦੋਂ ਵੀ ਕਿਸੇ ਚੀਜ਼ ਦੀ ਮੈਜੋਰਟੀ ਕਿਸੇ ਚੀਜ਼ 'ਚ ਹੋਵੇਗੀ, ਉਸ ਦੀ ਡਿਮਾਂਡ ਘਟੇਗੀ ਹੈ, ਆਟੋਮੈਟੀਕਲੀ ਜਿਹੜਾ ਉਹ ਪੈਸੇ ਘੱਟ ਜਾਣਗੇ ਹੈ। ਪਿੱਛੇ ਜਿਹੇ ਇੱਕ ਲੜਕਾ ਜਿਹੜਾ ਉਹ ਮਰਿਆ ਸੀ, 22 ਸਾਲ ਦਾ ਮੁੰਡਾ ਸੀ ਹੈ, ਅਤੇ ਉਹ ਬਾਰਸਲੋਨਾ ਦੇ ਵਿੱਚ ਮਰਿਆ ਸੀ। ਉਹ ਨਾ ਹੋਮ ਡਿਲੀਵਰੀ ਦਾ ਗਲੋਬੋ ਦਾ ਹੀ ਆਰਡਰ ਲੈ ਕੇ ਜਾ ਰਿਹਾ ਸੀ, ਅਤੇ ਉਹਦਾ ਐਕਸੀਡੈਂਟ ਹੋਇਆ ਸੀ, ਕਿਸੇ ਗੱਡੀ ਦੇ ਨਾਲ ਵੱਜਿਆ ਸੀ ਹੈ, ਔਰ ਉਹਦੀ ਡੈਥ ਹੋ ਗਈ ਸੀ ਹੈ। ਔਰ ਉਹ ਜਿਹੜਾ ਆਰਡਰ ਲੈ ਕੇ ਜਾ ਰਿਹਾ ਸੀ ਗਲੋਬੋ ਦਾ, ਉਹਨੇ ਮੁਚੀਲਾ ਪਾਇਆ ਸੀ ਹੈ, ਔਰ ਇਲੀਗਲ ਸੀ ਹੈ, ਔਰ ਨਾਲ ਜਿਹੜਾ ਉਹਦੇ ਕੋਲ ਕਿਸੇ ਦੇ ਅਕਾਊਂਟ 'ਤੇ ਕੰਮ ਕਰ ਰਿਹਾ ਸੀ। ਇਹ ਵੀ ਬੜੀ ਤੁਹਾਨੂੰ ਮੈਂ ਗੱਲ ਦੱਸਦਾ ਕਿ ਬੰਦਿਆਂ ਨੇ ਇੱਥੇ ਨਾ ਜਿਹੜੇ ਲੀਗਲਸ ਨੇ ਉਹਨਾਂ ਆਪਣੇ ਨਾਂ 'ਤੇ ਅਕਾਊਂਟ ਬਣਾ ਕੇ ਨਾ, ਅਤੇ ਉਹ ਜਿਹੜੇ ਇਲੀਗਲ ਆਉਂਦੇ ਨੇ ਉਹਨਾਂ ਨੂੰ ਦੇ ਛੋੜਦੇ ਨੇ ਹੈ। ਫਿਰ ਉਹ ਅਗਰ ਕਿਤੇ 'ਤੇ ਫੜੇ ਜਾਂਦੇ ਨੇ ਹੈ, ਅਤੇ ਉਹਨਾਂ ਕੋਲ ਡਾਕੂਮੈਂਟਸ ਜਦੋਂ ਨਹੀਂ ਹੁੰਦੇ, ਅਤੇ ਫਿਰ ਉਹ ਜਿਹਨੇ ਦਿੱਤੇ ਹੁੰਦਾ ਉਹਦੇ 'ਤੇ ਪੈਨਲਾਈਜੇਸ਼ਨ ਆ ਜਾਂਦੀ ਹੈ। ਅਤੇ ਗਲੋਬੋ ਨੇ ਇਹਦੇ 'ਤੇ ਕਿਹਾ ਸੀ ਕਿ ਗਲੋਬੋ ਨੇ ਇਹਨੂੰ ਸਿੱਧਾ ਕਲੀਅਰ ਕਰ ਦਿੱਤਾ ਕਿ ਜੀ ਇਹ ਤਾਂ ਵਰਕ ਐਕਸੀਡੈਂਟ ਨਹੀਂ ਸੀ ਹੈ, ਹਾਲਾਂਕਿ ਕਾਨੂੰਨੀ ਤੌਰ 'ਤੇ ਵਰਕ ਐਕਸੀਡੈਂਟ ਹੁੰਦਾ ਹੈ। ਇਹ ਜਿਹੜਾ ਇਹ ਟ੍ਰੈਫਿਕ ਐਕਸੀਡੈਂਟ ਸੀ ਹੈ। ਔਰ ਗਲੋਬੋ ਨੇ ਕਿਹਾ ਸੀ ਕਿ ਕਿਉਂਕਿ ਸਾਡਾ ਵਰਕਰ ਨਹੀਂ ਸੀ, ਇਹ ਸਾਡਾ ਪਾਰਟਨਰ ਸੀ
ਦੇਖਿਆ ਨਾ ਗੱਲ ਕਿਸ ਤਰ੍ਹਾਂ ਕਿਸੇ ਚਲੀ ਗਈ ਹੈ, ਕਿਉਂਕਿ ਆਟੋਨੋਮ ਦੇ ਜ਼ਿਆਦਾਤਰ ਕੰਮ ਕਰਦੇ ਨੇ। ਇਸ ਗੱਲੇ ਗਲੋਬੋ ਜਿਹੜੀ ਹੈ ਉਹ ਇਸ ਚੀਜ਼ ਤੋਂ ਵੀ ਮੁੱਕਰ ਗਈ ਸੀ ਕਿ ਅਸੀਂ ਨਾ ਤਾਂ ਕੁਝ ਸਿਕਿਉਰਿਟੀ ਕੱਪੜੇ ਦੇ ਸਕਨੇ ਹਾਂ, ਯਾਨੀ ਕਿ ਜਿਹੜੇ ਇਸ ਦੌਰਾਨ ਪਾਏ ਜਾਣ ਉਹ ਵੀ ਮੁੱਲ ਦੇ ਲੈ ਕੇ ਲੈਣੇ ਹੁੰਦੇ ਨੇ, ਉਹ ਆਪਣੇ ਪੈਸਿਆਂ ਦੇ ਖਰੀਦਣੇ ਨੇ, ਗਲੋਬੋ ਨੇ ਨਹੀਂ ਦੇਣੇ। ਉਹ ਨਾ ਹੀ ਅਸੀਂ ਕੋਈ ਸਿਕਿਉਰਿਟੀ ਵਰਕ ਸਿਕਿਉਰਿਟੀ ਦੇ ਸਕਦੇ। ਵਰਕ ਸਿਕਿਉਰਿਟੀ ਦਾ ਮਤਲਬ ਹੁੰਦਾ ਕਿ ਇਨ ਕੇਸ ਆਫ ਤੁਹਾਡਾ ਕੋਈ ਵੀ ਐਕਸੀਡੈਂਟ ਹੋ ਜਾਏ, ਕਿਸੇ ਵਜ੍ਹਾ ਤੋਂ ਵੀ ਹੋ ਜਾਏ, ਤੁਹਾਨੂੰ ਉਸ 'ਤੇ ਪੈਸੇ ਮਿਲਣਗੇ ਜਿਨ੍ਹਾਂ 'ਚ ਤੁਸੀਂ ਕੰਮ 'ਤੇ ਨਹੀਂ ਆਉਂਦੇ, ਠੀਕ ਨਹੀਂ ਹੁੰਦੇ। ਉਹ ਇੱਕ ਸਿਕਿਉਰਿਟੀ ਹੁੰਦੀ ਹੈ ਵਰਕਰ ਦੀ, ਉਹਦੇ 'ਤੇ ਵੀ ਗਲੋਬੋ ਨਹੀਂ ਕਰ ਰਹੀ। ਹਾਂ, ਅਗਰ ਇਹ ਬੰਦੇ ਜਿਹੜੇ ਨੇ ਕੰਮ ਕਰਨ ਗਲੋਬੋ ਕੋਲ ਕੰਟਰੈਕਟ ਉੱਤੇ, ਫਿਰ ਸਭ ਕੁਝ ਵਿੱਚ ਆ ਜਾਂਦਾ ਹੈ। ਹਾਂਜੀ, ਫਿਰ ਹਰ ਚੀਜ਼ ਤਰਫ ਪ੍ਰੋਟੈਕਸ਼ਨ ਹੁੰਦੀ ਹੈ, ਲੇਕਿਨ ਗਲੋਬੋ ਇਸ ਦੇ ਉੱਤੇ ਨਹੀਂ ਆ ਰਹੀ ਹੈ। ਹੁਣ ਬੰਦਿਆਂ ਦਾ ਕਹਿਣਾ ਹੈ ਕਿ ਅਸੀਂ ਇਤਨਾ ਜ਼ਿਆਦਾ ਕਿਉਂਕਿ ਨਹੀਂ ਕਮਾ ਰਹੇ ਹੈ, ਇਸ ਕਰਕੇ ਸਾਨੂੰ ਜ਼ਿਆਦਾ ਘੰਟੇ ਕੰਮ ਕਰਨਾ ਪੈਂਦਾ। ਹੁਣ ਇਹਦੇ 'ਤੇ ਨਾ ਹੀ ਕੋਈ ਐਕਸੀਡੈਂਟ ਦੀ ਇੰਸ਼ੋਰੈਂਸ ਗਲੋਬੋ ਨੇ ਕੀਤੀ, ਅਗਰ ਕਰਨੀ ਹੈ ਤਾਂ ਆਪਣੀ ਕਰਨੀ ਹੈ, ਨਾ ਹੀ ਕੰਟਰੈਕਟ ਹੈ ਵੇ। ਅਤੇ ਉਹ ਕਹਿੰਦੇ ਨੇ ਬੰਦਿਆਂ ਹੁਣ ਜਿਹੜੇ ਨੇ ਜ਼ਿਆਦਾ ਘੰਟੇ ਕੰਮ ਕਰਦੇ ਨੇ ਕਿਉਂਕਿ ਆਰਡਰ ਉਹ ਕਹਿੰਦੇ ਨੇ ਕਿ ਅਗਰ ਅਸੀਂ ਥੋੜ੍ਹੇ ਘੰਟੇ ਕੰਮ ਕਰਾਂਗੇ ਤਾਂ ਫਿਰ ਗਲੋਬੋ ਸਾਨੂੰ ਆਰਡਰ ਘੱਟ ਦੇਗਾ। ਇਹ ਵੀ ਬੜੀ ਵੱਡੀ ਜਿਹੜੀ ਹੈ ਨਾ ਪ੍ਰੋਬਲਮ ਹੈ ਕਿ ਅਗਰ ਤੁਸੀਂ ਘੰਟੇ ਕੰਮ ਕਰੋਗੇ ਫਿਰ ਆਰਡਰ ਘੱਟ ਲੱਭਣਗੇ, ਇਸ ਲਈ ਮਜਬੂਰੀ ਬਣ ਜਾਂਦੀ ਹੈ। ਔਰ ਤੂੰ ਜਿਹੜਾ ਲੋਕ ਜਿਹੜੇ ਨੇ ਫੇਕ ਅਕਾਊਂਟ ਬਣਾ ਕੇ ਅਤੇ ਇਲੀਗਲ ਤੌਰ 'ਤੇ ਕੰਮ ਕਰਦੇ ਨੇ, ਜ਼ਾਹਿਰ ਬਾਤ ਹੈ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਕਿਸੇ ਨਾ ਕਿਸੇ ਪਾਸੇ ਰਿਕੁਰਸਰ ਹੋ ਜਾਣ ਹੈ। ਇੱਕ ਹੋਰ ਬੜਾ ਵੱਡਾ ਜਿਹੜਾ ਮਸਲਾ ਬਣਿਆ ਸੀ ਫੇਕ ਆਟੋਨੋਮਸ ਦਾ ਨਾ, ਕਿ ਲੋਕ ਕੀ ਕਰਦੇ ਨੇ ਗਲੋਬੋ 'ਤੇ ਆਪਣਾ ਅਕਾਊਂਟ ਐਕਟੀਵੇਟ ਕਰਨ ਵਾਸਤੇ 2 ਨੰਬਰ ਤਰੀਕੇ ਦਾ ਨਾ ਬਣਾ ਕੇ ਲਾ ਦਿੰਦੇ ਨੇ ਹੈ ਆਟੋਨੋਮ ਦਾ, ਕਿ ਮੇਰਾ ਵਾਕਈ ਮਤਲਬ ਹੈ ਕਿ ਮਰਕੰਟੀਲ ਵਿੱਚ ਮੈਂ ਰਜਿਸਟਰ, ਯਾਨੀ ਕਿ ਸੈਕੁਰਿਟੀ ਸੋਸ਼ਲ 'ਚ ਮੈਂ ਐਜ਼ ਏ ਆਟੋਨੋਮ ਰਜਿਸਟਰਡ ਹਾਂ। ਉਸ ਦਾ ਫਿਰ ਕੀ ਹੁੰਦਾ, ਫੇਕ ਹੁੰਦੀ ਫਿਰ ਤੁਹਾਨੂੰ ਜਿਹੜੀ ਥੋੜ੍ਹੀ ਬਹੁਤ ਵੀ ਆਟੋਨੋਮ ਐਜ਼ ਏ ਪਰਸਨਲ, ਯਾਨੀ ਕਿ ਜ਼ਾਤੀ ਬਿਜ਼ਨਸ ਹੁੰਦਾ ਨਾ, ਰਜਿਸਟ੍ਰੇਸ਼ਨ ਕਹਿੰਦੇ ਨੇ, ਉਹ ਵੀ ਪ੍ਰੋਟੈਕਸ਼ਨ ਹੁੰਦੀ, ਉਹ ਵੀ ਖਤਮ ਹੋ ਜਾਂਦੀ ਹੈ। ਉਹਦੇ ਵਿੱਚ ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਬਣਿਆ ਸੀ। ਫਿਰ ਜਦੋਂ ਬੰਦੇ ਜ਼ਿਆਦਾ ਹੁੰਦੇ ਨੇ ਹੈ, ਫਿਰ ਐਕਸਟਰਾ ਕੰਮ ਕਰਨਾ ਪੈਂਦਾ ਹੈ। ਜਦੋਂ ਐਕਸਟਰਾ ਕੰਮ ਕਰੋਗੇ, ਯਾਨੀ ਕਿ ਹੁਣ ਉਹਦਾ ਟੈਕਸ ਜਿਹੜਾ ਨਾ ਹੁਣ ਤਕਰੀਬਨ 300 ਯੂਰੋ ਟੈਕਸ ਬਣ ਜਾਂਦਾ ਮਹੀਨੇ ਦਾ ਨਾ, ਉਹ ਆਟੋਨੋਮ ਦਾ, ਉਹ ਵੀ ਬੰਦਿਆਂ ਨੇ ਖੁਦ ਦੇਣਾ ਹੁੰਦਾ ਕਮਾ ਕੇ ਨਾ, ਗਲੋਬੋ ਨੇ ਨਹੀਂ ਦੇਣਾ ਹੁੰਦਾ, ਨਾ ਹੀ ਗੌਰਮੈਂਟ ਨੇ ਦੇਣਾ ਹੁੰਦਾ। ਫਿਰ ਜ਼ਾਰੀ ਗੱਲ ਉਹਨਾਂ ਨੂੰ ਇੰਨੇ ਪੈਸੇ ਕਿ ਜਦੋਂ ਜ਼ਿਆਦਾ ਕਮਾਓਗੇ ਫਿਰ ਉਹਦੇ 'ਚ ਦੇਣੇ ਪੈਣਗੇ। ਹੁਣ ਐਕਸਪਰਟ ਦਾ ਅੰਦਾਜ਼ਾ ਹੈ ਕਿ ਗਲੋਬੋ ਪਰ ਵਰਕਰ ਦੇ ਹਿਸਾਬ 'ਤੇ ਤਕਰੀਬਨ 4 ਤੋਂ 6 ਹਜ਼ਾਰ ਯੂਰੋ ਜਿਹੜੀ ਉਹ ਬਚਾ ਰਹੀ ਹੈ। ਤੁਸੀਂ ਹੁਣ ਸਮਝ ਆਈ ਕਿ ਇਤਨਾ ਪ੍ਰੈਸ਼ਰ ਗਲੋਬੋ 'ਤੇ ਆਇਆ, ਪਿੱਛੇ ਇਤਨਾ ਪ੍ਰੈਸ਼ਰ ਆਇਆ, ਲੇਕਿਨ ਇਸ ਦੇ ਬਾਵਜੂਦ ਕੰਟਰੈਕਟ ਨਹੀਂ ਕਰ ਰਿਹਾ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਰਹੇ ਹੋ ਕਿਤਨੇ ਪੈਸੇ ਕਮਾ ਰਹੇ ਨੇ। ਹਾਂ, ਇਹਨਾਂ ਦੇ ਪਰਚੇ ਵੀ ਬਵਾਮ ਨੇ ਬੜੇ ਕਰਾਏ ਨੇ ਹੈ, ਔਰ ਇਹਨਾਂ ਦੀ ਕੋਰਟ 'ਚ ਹੀਅਰਿੰਗ ਵੀ ਚੱਲ ਰਹੀਆਂ ਨੇ ਹੈ, ਲੇਕਿਨ ਫਿਰ ਵੀ ਕਿਸੇ ਪਾਸੇ ਕਿਉਂਕਿ ਕੰਪਨੀ ਤਗੜੀ ਹੈ ਨਾ। ਹੋਰ ਇੱਕ ਬੜਾ ਵੱਡਾ ਮਸਲਾ ਹੈ ਵੀ ਕਿ ਵਰਕਰਸ ਦਾ ਹੈ ਕਿ ਮਿਸਾਲ ਦੇ ਤੌਰ 'ਤੇ ਕਿਸੇ ਵਜ੍ਹਾ ਤੋਂ ਤੁਸੀਂ ਬਿਮਾਰ ਹੋ ਗਏ ਹੋ ਜਾਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਔਰ ਤੁਸੀਂ ਹਫਤਾ 2 ਹਫਤਾ ਜਾਂ 3 ਹਫਤੇ ਨਹੀਂ ਕੰਮ 'ਤੇ ਗਏ ਹੈ ਗਲੋਬਲ 'ਤੇ, ਤੁਸੀਂ ਕੰਮ ਨਹੀਂ ਕੀਤਾ, ਉਹ ਅਮੂਮਨ 2 ਚਾਂਸਿਸ ਬੰਦੇ ਨਾਲ ਬਣ ਜਾਂਦੇ ਨੇ ਹੈ ਕਿ ਜਾਂ ਤਾਂ ਉਹ ਹੈ ਵੇ ਕਿ ਉਹ ਦੁਬਾਰਾ ਐਪ ਖੋਲਣਗੇ ਅਤੇ ਐਪ ਹੀ ਬਲਾਕ ਹੋਈ ਹੋਵੇਗੀ, ਐਪ ਹੀ ਫੰਕਸ਼ਨ ਨਹੀਂ ਕਰ ਰਹੀ ਹੋਵੇਗੀ, ਤੁਹਾਨੂੰ ਆਰਡਰ ਹੀ ਨਹੀਂ ਮਿਲਣਗੇ ਹੈ ਨਾ। ਕਿ ਨਾਰਮਲੀ ਅਗਰ ਇੱਕ ਆਰਡਰ ਦਿੰਦੇ ਦੂਸਰਾ ਆ ਜਾਏਗਾ ਤਾਂ ਉਹਦੇ 'ਚ 4 ਘੰਟੇ ਬਜਾਏ ਬੰਦਾ ਇੰਤਜ਼ਾਰ ਕਰੇ 2-3 ਆਰਡਰ ਚੁੱਕੇ ਨਾ, ਇਹ ਬਹੁਤ ਵੱਡਾ ਮਸਲਾ ਬਣ ਰਿਹਾ। ਫਿਰ ਕਹਿੰਦੇ ਨੇ ਕਿ ਬਾਅਦ ਬੰਦੇ ਦਾਅਵਾ ਕਰਦੇ ਨੇ ਕਿ ਨਹੀਂ ਇਹਦੇ 'ਚ ਇੱਕ ਫਰੀਡਮ ਆਫ ਵਰਕ ਹੈ, ਤੁਹਾਡਾ ਜਿੱਥੋਂ ਦਿਲ ਕੀਤਾ ਕੰਮ ਕਰਾਂਗੇ, ਜਦੋਂ ਦਿਲ ਕੀਤਾ ਨਹੀਂ ਕਰਾਂਗੇ। ਇਸ ਤਰ੍ਹਾਂ ਵੀ ਗੱਲ ਨਹੀਂ ਹੈ, ਕਿਉਂਕਿ ਜਦੋਂ ਆਰਡਰ ਹੀ ਨਹੀਂ ਲੱਭਣਗੇ ਫਿਰ ਆਰਡਰਾਂ ਵਾਸਤੇ ਜਿਹੜਾ ਹੈ ਫਿਰ ਬੰਦਾ ਕਹਿੰਦਾ ਕੰਮ ਕਰੀਏ, ਫਿਰ ਰੋਜ਼ ਕੰਮ ਕਰਾਂਗੇ ਅਤੇ ਰੋਜ਼ ਆਰਡਰ ਮਿਲਣਗੇ, ਨਹੀਂ ਕਰਾਂਗੇ ਤਾਂ ਨਹੀਂ ਮਿਲਣਗੇ ਹੈ। ਇੱਕ ਹੋਰ ਬੜੀ ਅੱਛੀ ਬਾਤ ਜਿਹੜੀ ਗਲੋਬੋ ਦੀ ਉਹ ਹੈ ਵੇ ਕਿ ਪੂਰੀ ਨਜ਼ਰ ਹੁੰਦੀ ਨਾਲ ਬੰਦੇ ਦੀ, ਬੰਦਾ ਕਿੱਥੇ ਨਾ ਐਪ ਦੀ ਵਜ੍ਹਾ ਤੋਂ ਕਿਸ ਜਗ੍ਹਾ 'ਤੇ ਬੰਦਾ ਗੁਜ਼ਰਿਆ, ਕਿਸ ਪੁਆਇੰਟ 'ਤੇ ਪਹੁੰਚਿਆ, ਸਭ ਇਹਨਾਂ ਦੀ ਨਜ਼ਰ ਹੁੰਦੀ ਹੈ। ਲੇਕਿਨ ਟੈਕਨੋਲੋਜੀ ਦਾ ਰੈਗੂਲੇਸ਼ਨ ਦਾ ਇਸਦਾ ਇਤਨਾ फ़ायदा नहीं कि लेकिन ਬੰਦਿਆਂ ਨੂੰ फ़ायदा नहीं दे रहे हैं, लेकिन सिर्फ अपने यूज़ वास्ते ਜਿਹੜੀ जितनी भी रेगूलेशन की गई सिर्फ अपने यूज़ वास्ते कर रहे हैं, क्योंकि बिल्कुल नਵੇਂ ਕਾਨੂੰਨ ਦੇ ਉੱਤੇ ਬਿਲਕੁਲ ਨਹੀਂ ਚੱਲ ਰਿਹਾ ਹੈ। ਇਹ ਕੁਝ ਪੁਆਇੰਟਸ ਸੀ ਹੈ ਜਿਹੜੇ ਮੈਂ ਨੋਟਿਟ ਕੀਤੇ ਸੀ ਹੈ ਕਿ ਜਿਹੜੇ ਵਰਕਰਸ ਨੂੰ ਇੱਥੇ ਪੇਸ਼ ਆਉਂਦੇ ਨੇ ਹੈ, ਫਿਰ ਉਹ ਇਤਨੇ ਕੋਈ ਮਾਰਜਨ ਤਾਂ ਹੁੰਦਾ ਨਹੀਂ ਕਿ ਬੰਦੇ ਜਿਹੜੇ ਨੇ ਹੈ ਆਪਣੇ ਵਾਸਤੇ ਜ਼ਾਤੀ ਐਕਸਟਰਾ ਕੋਈ ਇੰਸ਼ੋਰੈਂਸ ਜ਼ਾਤੀ ਕਰਾਉਣਾ ਹੈ, ਉਹਦਾ ਪਰ ਮੰਥ ਜ਼ਿਆਦਾ ਪੈਸੇ ਦੇਣਾ ਹੈ। ਬਾਕੀ ਜਿੰਦੇ ਵਾਸਤੇ ਰਹੋ, ਆਬਾਦ ਰਹੋ, ਜਿੱਥੇ ਵੀ ਹੈ ਉਹ। ਫੀ ਅਮਾਨ ਅੱਲਾ, ਟੇਕ केयर, अल्लाह हाफिज़।